ਸਹਿਸਕ੍ਰਿਤੀ ਜਿਹੜੇ ਸ਼ਲੋਕ ਨੇ ਬਾਪੂ ਜੀ ਦੇ, ਉਹਨਾਂ ਦੇ ਵਿੱਚ ਇੱਕ ਬੜਾ ਸੋਹਣਾ ਬਚਨ ਆਉਂਦਾ ਹੈ, ਗੁਰਮੰਤਰ ਹੀ ਨਸਯ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟਨ ਹੈ। ਗੁਰਮੰਤਰ ਦਾ ਮਤਲਬ ਹੁੰਦਾ ਹੈ ਗੁਰੂ ਦੀ ਸਿੱਖਿਆ, ਗੁਰੂ ਦੀ ਵਡਿਆਈ, ਗੁਰੂ ਦੀਆਂ ਗੱਲਾਂ, ਗੁਰੂ ਦੀਆਂ ਬਾਤਾਂ, ਜੋ ਗੁਰੂ ਕਹਿੰਦਾ ਹੈ ਉਹਦੇ ਉੱਤੇ ਤੁਰਨਾ, ਉਹਨੂੰ ਆਪਾਂ ਗੁਰਮੰਤਰ ਕਹਿੰਦੇ ਆ। ਜਿਵੇਂ ਭਾਈ ਗੁਰਦਾਸ ਸਾਹਿਬ ਨੇ ਆਖਿਆ, ਕਹਿੰਦੇ ਨੇ ਵਾਹ ਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਇਹਦਾ ਮਤਲਬ ਪਤਾ ਕੀ ਹੈ? ਜਿੱਦਾਂ ਆਪਾਂ ਹਮੇਸ਼ਾ ਗਲਤ ਕੱਢਿਆ ਵਾਹ ਗੁਰੂ, ਜਿਹਨੂੰ ਆਪਾਂ ਬੋਲਦੇ ਹਾਂ ਵਾਹਿਗੁਰੂ, ਗੁਰਬਾਣੀ 'ਚ ਵਾਹ ਵੀ ਆਇਆ, ਸਿਹਾਰੀ ਵੀ ਆਇਆ, ਵਾਹੇ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜੇਕਰ ਤੂੰ ਇਸ ਚੀਜ਼ ਨੂੰ ਮੰਨ ਲਏਗਾ ਨਾ, ਗੁਰਮੰਤਰ ਕੀ ਗੁਰੂ ਦੀ ਸਿੱਖਿਆ, ਕਿਉਂਕਿ ਜਿਹੜਾ ਸਿੱਖ ਇਜ਼ਮ ਹੈ, ਸਿੱਖ ਧਰਮ ਹੈ, ਉਹ ਕਿਸੇ ਮੰਤਰ ਉੱਤੇ ਵਿਸ਼ਵਾਸ ਨਹੀਂ ਰੱਖਦਾ। ਜ਼ਿਆਦਾਤਰ ਮੰਤਰਾਂ ਦੇ ਉੱਤੇ ਜ਼ੋਰ ਸਨਾਤਨ ਮੱਤ ਵਿੱਚ ਦਿੱਤਾ ਗਿਆ ਸੀ। ਹਰ ਇੱਕ ਚੀਜ਼ ਦਾ ਮੰਤਰ, ਕਿਸੇ ਨੂੰ ਵਸ ਕਰਨ ਦਾ ਮੰਤਰ, ਦੌਲਤ ਕਮਾਉਣ ਦਾ ਮੰਤਰ, ਕਿਸੇ ਨੂੰ ਉਜਾੜਨ ਦਾ ਮੰਤਰ, ਪਸ਼ੂ ਪੰਛੀਆਂ ਨੂੰ ਵਸ ਕਰਨ ਦਾ ਵੀ ਮੰਤਰ। ਲੇਕਿਨ ਇੱਥੇ ਜਦੋਂ ਗੁਰਬਾਣੀ ਦੀ ਗੱਲ ਆਈ, ਸਿੱਖੀਜ਼ਮ ਦੀ ਗੱਲ ਆਈ, ਤੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਵਾਹ ਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਜੇਕਰ ਤੂੰ ਇਸ ਚੀਜ਼ ਨੂੰ ਸਮਝ ਲਵੇਂ ਨਾ ਕਿ ਉਹ ਬਹੁਤ ਵੱਡਾ ਹੈ। ਦੋ ਸ਼ਬਦਾਂ ਤੋਂ ਬਣਿਆ ਵਾਹਿਗੁਰੂ, ਦੋ ਸ਼ਬਦ ਹੈ ਇਹਦੇ। ਗੁਰੂ ਸੰਸਕ੍ਰਿਤ ਦਾ ਸ਼ਬਦ ਹੈ, ਤੇ ਜਿਹੜਾ ਵਾਹ ਜਾਂ ਵਾਹੇ ਆਪਾਂ ਵਰਤਦੇ ਹਾਂ ਉਹ ਫਾਰਸੀ ਦਾ ਹੈ। ਫਾਰਸੀ ਦੇ ਵਿੱਚ ਇਸ ਸ਼ਬਦ ਦਾ ਮਤਲਬ ਹੈ ਬੇਅੰਤ, ਜਿਹਦੇ ਵਰਗਾ ਕੋਈ ਹੋਰ ਨਾ ਹੋਵੇ, ਜਿਹਦੇ ਬਰਾਬਰ ਕੋਈ ਹੋਰ ਨਾ ਹੋਵੇ, ਜਾਂ ਜਿਹਦੇ ਸਾਹਮਣੇ ਆਪਾਂ ਸਿਰ ਸੁੱਟ ਦਈਏ ਤੇ ਆਖੀ ਵੀ ਤੇਰੇ ਵਰਗਾ ਹੋਰ ਹੈ ਹੀ ਨਹੀਂ, ਮੈਂ ਤੇਰੀ ਬਰਾਬਰੀ ਨਹੀਂ ਕਰ ਸਕਦਾ, ਮੈਂ ਤੈਨੂੰ ਪਹੁੰਚ ਨਹੀਂ ਸਕਦਾ, ਤੂੰ ਬਹੁਤ ਮਹਾਨ ਹੈ, ਮੈਂ ਤੈਨੂੰ ਸਮਝ ਨਹੀਂ ਸਕਦਾ। ਖੁੱਲੇ ਸ਼ਬਦਾਂ 'ਚ ਮੈਂ ਕਹਾਂ, ਜਿਹਨੂੰ ਸਮਝਣਾ ਔਖਾ ਹੋਵੇ, ਜਿਹਨੂੰ ਬਿਆਨ ਕਰਨਾ ਔਖਾ ਹੋਵੇ, ਜਿਹਦੀ ਸਿਫਤ ਕਰਨੀ ਔਖੀ ਹੋਵੇ, ਜਿਹਨੂੰ ਬੋਲਣਾ ਔਖਾ ਹੋਵੇ, ਜਿਹਨੂੰ ਲਿਖਣਾ ਔਖਾ ਹੋਵੇ, ਜੋ ਸਾਡੀ ਸੁਰਤ ਸਮਝ ਵਡਿਆਈ ਤੋਂ ਬਾਹਰ ਹੈ। ਸ਼ੇਖ ਸ਼ਾਇਦੀ ਸਾਹਿਬ ਨੇ ਇੱਕ ਬੱਚੇ ਨੂੰ ਕਿਹਾ ਸੀ ਨਾ, ਬੱਚਾ ਸਮੁੰਦਰ ਦੇ ਕੰਢੇ ਤੇ ਬੈਠਾ ਤੇ ਬੱਚੇ ਦੇ ਕੋਲ ਇੱਕ ਛੋਟਾ ਜਿਹਾ ਭਾਂਡਾ ਹੈ। ਉਹ ਬੱਚਾ ਕੀ ਕਰਦਾ, ਉਸ ਭਾਂਡੇ ਨੂੰ ਭਰਦਾ ਰੋੜ ਦਿੰਦਾ, ਭਰਦਾ ਰੋੜ ਦਿੰਦਾ, ਭਰਦਾ ਰੋੜ ਦਿੰਦਾ, ਨਾਲੇ ਬੱਚਾ ਰੋਈ ਜਾਂਦਾ। ਸ਼ਾਦੀ ਸਾਹਿਬ ਜਿਹੜੇ ਹੈ, ਉਹਨਾਂ ਦੀਆਂ ਕਿਤਾਬਾਂ ਬਾਰੇ ਮੈਂ ਪਹਿਲਾਂ ਵੀ ਜ਼ਿਕਰ ਕਈ ਵਾਰ ਕੀਤਾ। ਉਹਨਾਂ ਦੀ ਇੱਕ ਕਿਤਾਬ ਬੜੀ ਕਮਾਲ ਦੀ ਹੈ, ਗੁਲਸਤਾਂ, ਜਿਹੜੀ ਕਿ ਪੜ੍ਹਨ ਦੇ ਨਾਲ ਬੰਦੇ ਦੀ ਸੁਰਤ ਸੋਚ ਬਹੁਤ ਉੱਚੀ ਹੁੰਦੀ ਹੈ, ਫਰਕ ਬਹੁਤ ਪੈਂਦਾ ਹੈ, ਲਾਈਫ ਨੂੰ ਸਮਝਾਉਣ ਦਾ ਤਰੀਕਾ ਬੜਾ ਵਧੀਆ ਸੀ ਉਹਨਾਂ ਦਾ। ਉਹਨਾਂ ਨੇ ਲਿਖਿਆ, ਸ਼ਾਦੀ ਸਾਹਿਬ ਨੇ, ਉਹ ਕਹਿੰਦੇ ਹੈ ਕਿ ਮੈਂ ਬੱਚੇ ਨੂੰ ਪੁੱਛਿਆ ਵੀ ਕਾਕਾ ਤੂੰ ਰੋਣਾ ਕਿਉਂ? ਬੱਚੇ ਦਾ ਸਵਾਲ ਇਹ ਹੈ ਕਿ ਆਹ ਜਿਹੜਾ ਸਮੁੰਦਰ ਹੈ ਇਹ ਮੇਰੇ ਗਲਾਸ ਵਿੱਚ ਕਿੱਦਾਂ ਭਰੇਗਾ? ਬਸ ਮੈਂ ਭਰਨ ਦਾ ਕੋਸ਼ਿਸ਼ ਕਰਦਾ, ਭਰੀ ਜਾਣਾ ਭਰਦਾ ਨਹੀਂ। ਬਸ ਇਹੀ ਰੋਣਾ ਹੈ ਕਿ ਮੇਰੇ ਗਲਾਸ ਦੇ ਵਿੱਚ ਸਮੁੰਦਰ ਕਿਉਂ ਨਹੀਂ ਆ ਰਿਹਾ। ਸ਼ਾਦੀ ਸਾਹਿਬ ਬੜੇ ਸਿਆਣੇ ਸੀ, ਉਹਨਾਂ ਨੇ ਬੱਚੇ ਨੂੰ ਕਿਹਾ ਬਸ ਇੰਨੀ ਕੁ ਗੱਲ ਹੈ ਕਾਕਾ, ਤੇਰੇ ਇਸ ਗਲਾਸ ਵਿੱਚ ਸਮੁੰਦਰ ਨਹੀਂ ਆਉਣਾ, ਪਰ ਜੇਕਰ ਤੂੰ ਚਾਹੁੰਦਾ ਤੇਰੇ ਗਲਾਸ ਵਿੱਚ ਸੱਚੀ ਮੁੱਚੀ ਸਮੁੰਦਰ ਆ ਜਾਏ ਤੇ ਆਪਣੇ ਗਲਾਸ ਵਿੱਚ ਸਮੁੰਦਰ ਨੂੰ ਨਾ ਸੁੱਟ, ਸਮੁੰਦਰ ਵਿੱਚ ਆਪਣੇ ਗਲਾਸ ਨੂੰ ਸੁੱਟ ਦੇ। ਇੱਕ ਵਾਰੀ ਆਖੋ ਸਤਨਾਮ। ਗੱਲ ਸਮਝਣ ਵਾਲੀ ਸੀ, ਬੜੀ ਡੂੰਘੀ, ਕਿ ਤੂੰ ਕੋਸ਼ਿਸ਼ ਇਹ ਕਰਦਾ ਕਿ ਸਮੁੰਦਰ ਤੇਰੇ ਭਾਂਡੇ 'ਚ, ਤੇਰੇ ਗਲਾਸ ਵਿੱਚ ਆ ਜਾਏ, ਉਹ ਨਹੀਂ ਆਉਣ ਲੱਗਾ। ਤੂੰ ਆਪਣੇ ਗਲਾਸ ਨੂੰ ਕਿਉਂ ਨਹੀਂ ਸਮੁੰਦਰ ਵਿੱਚ ਸੁੱਟਦਾ? ਆਪਾਂ ਕਈ ਵਾਰ ਇਹ ਸੋਚਣ ਦਾ ਯਤਨ ਕਰਦੇ ਹਾਂ ਵੀ ਮੈਂ ਉਹਨੂੰ ਸਮਝ ਲਵਾਂ, ਮੈਂ ਉਹਨੂੰ ਸਮਝ ਲਵਾਂ, ਉਹ ਮੇਰੀ ਸਮਝ ਵਿੱਚ ਕਿਉਂ ਨਹੀਂ ਆਉਂਦਾ। ਅਸੀਂ ਕਿਸੇ ਨੂੰ ਸਮਝਣ ਦਾ ਯਤਨ ਹੀ ਕਿਉਂ ਕਰਦੇ ਹਾਂ? ਅਸੀਂ ਆਪਣੀ ਸਮਝ ਨੂੰ ਕਿਉਂ ਨਹੀਂ ਸੁੱਟ ਦਿੰਦੇ ਅਗਲੇ ਦੇ ਵਿੱਚ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹੀ ਬਾਤਾਂ ਸਮਝਾਈਆਂ। ਸ਼ਾਦੀ ਸਾਹਿਬ ਨੇ ਜਦੋਂ ਉਸ ਬੱਚੇ ਨੂੰ ਕਿਹਾ, ਬੱਚੇ ਨੂੰ ਸਮਝ ਲੱਗਾ, ਉਹਨੇ ਵਾਕਈ ਆਪਣੇ ਗਲਾਸ ਨੂੰ ਜਦੋਂ ਸਮੁੰਦਰ 'ਚ ਸੁੱਟਿਆ ਤੇ ਉਹ ਸਮੁੰਦਰ ਵਿੱਚ ਹੀ ਲੀਨ ਹੋ ਗਿਆ। ਕਿਸੇ ਵਿਦਵਾਨ ਸੱਜਣ ਨੇ ਬੜਾ ਸੋਹਣਾ ਲਿਖਿਆ ਹੈ, ਉਹ ਕਹਿੰਦੇ ਨੇ ਜੇ ਇਸ ਸਮੁੰਦਰ ਨੂੰ ਸਮਝਣਾ ਹੋਵੇ ਤੇ ਸਾਨੂੰ ਨਮਕੀਨ ਹੋਣਾ ਚਾਹੀਦਾ, ਨਮਕ ਵਰਗਾ, ਲੂਣ ਵਰਗਾ ਹੋਣਾ ਚਾਹੀਦਾ। ਲੂਣ ਜਿਹੜਾ ਹੁੰਦਾ ਸਮੁੰਦਰ ਦੇ ਹਰ ਇੱਕ ਜ਼ਰੇ ਜ਼ਰੇ ਦੇ ਵਿੱਚ ਵਸਦਾ ਹੈ। ਲੂਣ ਤੋਂ ਜ਼ਿਆਦਾ ਸਮੁੰਦਰ ਨੂੰ ਕੋਈ ਸਮਝ ਨਹੀਂ ਸਕਦਾ, ਪਰ ਜ਼ਿਆਦਾਤਰ ਆਪਾਂ ਘੁਲਣਾ ਨਹੀਂ ਚਾਹੁੰਦੇ। ਜਦੋਂ ਤੱਕ ਆਪਾਂ ਗੁਰੂ ਵਿੱਚ ਘੁਲਾਂਗੇ ਹੀ ਨਾ, ਗੁਰੂ ਦੇ ਵਿੱਚ ਰੱਤੇ ਨਾ ਜਾਵਾਂਗੇ, ਗੁਰੂ ਦੇ ਵਿੱਚ ਮਿਕਸ ਨਾ ਹੋਵਾਂਗੇ, ਗੁਰੂ ਨੂੰ ਓਤ ਪੋਤ ਨਾ ਕਰ ਲਵਾਂਗੇ, ਉਦੋਂ ਤੱਕ ਉਹ ਬਾਤ ਨਹੀਂ ਬਣਨੀ ਜੋ ਬਣਨੀ ਚਾਹੀਦੀ ਹੈ। ਉਦੋਂ ਤੱਕ ਜੀਵਨ ਸੋਹਣਾ ਨਹੀਂ ਬਣਨਾ ਜਿਹੜਾ ਕਿ ਬਣਨਾ ਚਾਹੀਦਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਇਹੀ ਬਾਤਾਂ ਕਹੀਆਂ ਗੁਰਬਾਣੀ ਦੇ ਵਿੱਚ ਕਿ ਜੇ ਉਹਨੂੰ ਸਮਝਣਾ ਹੈ ਤੇ ਇਦਾਂ ਦਾ ਬਣ ਜਾ। ਵਾਹ ਗੁਰੂ, ਵਾਹ ਬੇਅੰਤ ਹੈ। ਗੁਰੂ ਦਾ ਮਤਲਬ ਹੈ ਅਗਿਆਨਤਾ ਦਾ ਹਨੇਰਾ ਖਤਮ ਕਰ ਦੇਣ ਵਾਲਾ ਸ਼ਖਸ।
उस शख्स नूं एक गुरु शब्द दिता गया। ये गरी धातु का शब्द है गुरु संस्कृत का, जेड़ा अज्ञानता दे हनेरे नूं खा जाए, ज्ञान दे दे। जो साडे जीवन विचों अज्ञानता, हनेरा, दुख, रोग खत्म कर दे, बुराइयां खत्म कर दे, साडी भटकना खत्म कर दे, सानू जीवन का सीधा रस्ता दे दे। भूले सिख गुरु समझाए, उजड़ जांदे मार्ग पाए, उन्होंने कहते हैं गुरु। इसका मतलब है कि बंदे तेरी ना बड़ी छोटी समझ है। हाँ, मैं पता कदों तक साडे अंदर रहिंदी है। जपजी साहब का एक बचन पढ़ते हैं आपां, जिहड़ी दूसरी पौड़ी जपजी साहब की ध्यान नाल पढ़न वाली, एक एक शब्द बहुत ज़्यादा डूंघियाई मंगदा है। वो शब्द हुक्मी होवन आकार, पढ़ियो जी। हुक्मना हुक्मी होवन जी, हुक्म मिलै हुक्मी उत्तम नीच, हुक्म लिख दुख सुख, हुक्मी एक ना बख्शीश। एक वो है जिन्होंने हुक्म दे विच तुरिया बख्शिश की प्राप्ति हुंदी है। किन्हां नूं जेड़े हुक्म की वडियाई नूं मान लैंदे है। ते भटकदे कौन है? जेड़े उस हुक्म नूं नहीं मनदे, नहीं समझदे। हुण जेड़े अगले बचन है बड़ा ध्यान देण वाले है। उत्थे सतगुर कहंदे ने सारा संसार तेरे हुक्म दे विच तुरदा है, मैं देख रहा। हुण समझण वाली गल है। हुक्म है अंदर सबको, बाहर हुक्म ना। अगली जिहड़ी गल कह दित्ती ਉਹਦੇ ਤੇ ध्यान देने वाली गल है। सतगुर ने कहा हुक्म तेरा एक संविधान है, हुक्म तेरा एक नियम है, हुक्म तेरा एक कानून है। दुनिया का कोई भी बंदा तेरे कानून तो बाहर जाके एक सुआस नहीं लै सकता। साइंस कितनी तरक्की कर चुकी है, मेडिकल कित्थे दा कित्थे पहुँच गया, पर अज तक भी वो ये नहीं समझ पाई कि चंगा भला बंदा हुंदा जदों ये डैड हो जाता आपां उहनूं चला नहीं सकते दोबारा। चंगा भला इंसान है, 1 घंटा 2 घंटा 5 मिनट पहला साडे नाल गल कर रहा हुंदा, बाद विच मौजूद उहदा शरीर ही हुंदा है, अखां भी हुंदियां, कंन जुबान सब कुछ हुंदा। पर जिहड़ी चेतन शक्ति परमात्मा ने अंदर पाई, जदों वो ही बुझ गई, जोत ही बुझ गई ना अंदरों, तां बंदा जिन्ना मर्जी जोर ला ले उहनूं तुरा नहीं सकदा, उहनूं चला नहीं सकदा। रिमोट तां आपां बना सकदे हां, पर जिहड़ी मशीन रब ने बनाई है ना, आ जिहड़ा बंदा रब ने बनाया, इनू दोबारा कोई चला नहीं सकता। हुक्म है अंदर सबको, बाहर हुक्म ना कोई, नानक हुक्म है जे बुझे ताहों मैं कहे ना कोई। हुण इत्थे गुरु नानक साहब ने बुझे शब्द जिहड़ा वरतिया वो बड़ा ध्यान गोचर है। हुण तां वो चीज़ां गईयां साडे घरां दे विच, नहीं तां पंजाबी दे विच बुझारतां हुंदियां सी। बुझारत सामने ही पई हुंदी सी, 2 लाइनां दी गल हुंदी सी, बुझारत 2 लाइनां दी। सिर्फ इन्ना हुंदा सी कि वो 2 कुछ गल्लां दे विचों उस बुझारत नूं बुझना हुंदा सी, ਉਹਦੇ अंदर दी जिहड़ी सच्चाई है वो बाहर कड्ढणी हुंदी सी। ते बुझारतां बंदे दे माइंड दी, बंदे दे दिमाग दी बड़ी कसरत कराउंदियां सन। हुण तां भुलदियां जांदियां। अज भी गूगल ते जाके पढ़ो, वाकई ये साडे बजुर्गां ने बनाईयां ने चीज़ां कि ऐसियां गुंझलां जिन्हां नूं खोलण दा वल बुझारतां दे राहीं दित्ता जांदा सी। सो मैं वो टॉपिक नहीं, मेरा उधर नहीं जाना, केवल जपजी साहब दे वल। सतगुर ने कहा नानक हुक्म है जे बुझे ताहों मैं कहे ना कोई। कहंदे जेकर तू हुक्म दी बुझारत नूं बुझ लैं, तैनूं इस चीज़ दी समझ आ जाए, तू बुझ लैं जो इस हुक्म दे विच आख्या गया, तां बंदे तेरे अंदर हौमै नहीं रहेगी। हुण हैरानी है, हुक्म की गल करदियां करदियां गुरु नानक साहब हौमे ते क्यों गए? ਉਹਦੇ ਪਿੱਛੇ एक कारण है, क्योंकि आपां सारे ये समझते हैं मैं बहुत महान हाँ। जिवें बाबा रविदास साहब ने कहा कि मैं बहुत रूप वाला हाँ, मैं बहुत धनी हाँ, मैं बहुत जमीन जायदाद का मालक हाँ, मेरे को बहुत वड्डा बैंक बैलेंस है, मेरे को बहुत वड्डी कलम है, मैं बहुत सियाणा इंसान हाँ, बहुत वड्डा कवि हाँ। ये सारियां गल्लां उन्होंने आखियां। कहंदे बंदे ये वड्डापण का कोई फायदा नहीं। असल दे विच आपां सारी ईगो दे विच आ जाने एकदम। वो जिहड़ी साडी ईगो है वो सानू हुक्म तो दूर कर दिंदी है। बंदा अपने हौमै अपनी ईगो दे विच आके रब नूं भी भुल जांदा। इंसान कहना शुरू कर दिंदा भी मैं हाँ, मैं हाँ, मैं हाँ।
ਤੇ ਮੈਂ ਕਰਦਿਆਂ ਬੰਦੇ ਦੇ ਅੰਦਰ ਜਿਹੜੀ ਈਗੋ ਇੰਨੀ ਵਸ ਜਾਂਦੀ ਹੈ ਕਿ ਉਹ ਹਉਮੈ ਦਾ ਰੂਪ ਧਾਰਨ ਕਰ ਜਾਂਦੀ। ਜਦੋਂ ਬੰਦਾ ਹਉਮੈ ਦੇ ਵਿੱਚ ਹੈ, ਹੁਕਮ ਨੂੰ ਨਹੀਂ ਬੁੱਝ ਸਕਦਾ, ਤੇ ਜਦੋਂ ਬੰਦਾ ਹੁਕਮ ਨੂੰ ਸਮਝ ਲੈਂਦਾ ਹੈ, ਉਹਦੇ ਅੰਦਰ ਈਗੋ ਨਹੀਂ ਰਹਿੰਦੀ। ਦੋ ਸ਼ਬਦਾਂ ਵਿੱਚ ਕਹਾਂਗਾ, ਹੁਕਮ ਬੰਦੇ ਨੂੰ ਇਹ ਦੱਸਦਾ, ਬੰਦੇ ਤੂੰ ਐਡੀ ਵੱਡੀ ਕਾਦਰ ਦੀ ਜਿਹੜੀ ਕੁਦਰਤ ਹੈ ਉਹਦੀ ਬੜੀ ਛੋਟੀ ਜੀ ਧਰਤੀ ਉੱਤੇ ਤੂੰ ਰਹਿਣਾ। ਸਾਇੰਸਦਾਨ ਇਹ ਗੱਲ ਕਹਿੰਦੇ ਆ, ਆਪਾਂ ਜਾਣਦੇ ਵੀ ਹਾਂ ਕਿ ਜਿਹੜਾ ਇਹ ਬ੍ਰਹਿਮੰਡ ਹੈ ਉਹਦੀਆਂ 2 ਅਰਬ ਦੇ ਕਰੀਬ ਗਲੈਕਸੀਆਂ ਦੀ ਗੱਲ ਸਾਇੰਸ ਕਰਦੀ ਹੈ। 2 ਅਰਬ। ਹੁਣ ਤਾਂ ਗਾਂ ਦੀ ਗਾਂ ਉਹਨਾਂ ਨੇ ਕਿਹਾ ਵੀ ਪਤਾ ਨਹੀਂ ਕਿੰਨੀਆਂ ਕੁ ਵੱਜ ਜਾਣੀਆਂ। ਉਹ ਕਹਿੰਦੇ 2 ਅਰਬ ਦੇ ਲਾਗੇ ਚਾਗੇ ਆਪਾਂ ਨੂੰ ਪਤਾ ਹੈ ਵੀ ਇਸ ਬ੍ਰਹਿਮੰਡ ਵਿੱਚ 2 ਅਰਬ ਦੇ ਲਾਗੇ ਚਾਗੇ ਗਲੈਕਸੀਆਂ ਨੇ। ਉਹ 2 ਅਰਬ ਗਲੈਕਸੀਆਂ ਦੇ ਵਿੱਚ ਸਾਡੀ ਇੱਕ ਨਿੱਕੀ ਜੀ ਗਲੈਕਸੀ ਹੈ, ਛੋਟੀ ਜੀ ਗਲੈਕਸੀ ਹੈ। ਉਸ ਗਲੈਕਸੀ ਦੇ ਵਿੱਚ ਸਾਡਾ ਛੋਟਾ ਜਿਹਾ ਇੱਕ ਸੂਰਜ ਹੈ, ਚੰਦਰਮਾ ਹੈ, ਥੋੜੇ ਬਹੁਤੇ ਤਾਰੇ ਹੈ, ਤੇ ਆ ਨਿੱਕੀ ਜੀ ਸਾਡੀ ਧਰਤੀ ਹੈ, ਜਿਹਨੂੰ ਸਾਇੰਸਦਾਨ ਕਹਿੰਦੇ ਜੇ ਬ੍ਰਹਿਮੰਡ ਵਿੱਚ ਆਪਾਂ ਵੇਖੀਏ ਬਹਿ ਕੇ ਤੇ ਆਹ ਧਰਤੀ ਤਲੀ ਦੇ ਉੱਤੇ ਰਾਈ ਦਾ ਜਿਹੜਾ ਇੱਕ ਦਾਣਾ ਹੁੰਦਾ, ਇਹਦੇ ਸਮਾਨ ਬੜੀ ਮੁਸ਼ਕਲ ਦੇ ਨਾਲ ਨਜ਼ਰ ਆਉਂਦੀ ਹੈ। ਪਰ ਇਸ ਧਰਤੀ ਦੇ ਉੱਤੇ ਪੈਦਾ ਹੋਣ ਵਾਲਾ ਬੰਦਾ ਇੰਨਾ ਹੰਕਾਰੀ ਹੈ, ਉਹ ਕਹਿੰਦਾ ਜਲੇ ਹਰਨਾਕਸ਼ ਥਲੇ ਹਰਨਾਕਸ਼ ਇਹਾਂ ਹਰਨਾਕਸ਼ ਊਹਾਂ ਹਰਨਾਕਸ਼। ਉਹ ਕਹਿੰਦਾ ਮੈਂ ਰੱਬ ਹਾਂ, ਮੈਂ ਭਗਵਾਨ ਹਾਂ, ਮੈਂ ਗੌਡ ਹਾਂ, ਮੇਰੇ ਤੋਂ ਵੱਡਾ ਹੋਰ ਕੋਈ ਨਹੀਂ, ਮੈਂ ਹੀ ਗੌਡ ਹਾਂ, ਮੈਂ ਹੀ ਲੋੜ ਹਾਂ, ਮੈਨੂੰ ਛੱਡ ਕੇ ਕਿਸੇ ਵੱਲ ਜਾਣ ਦੀ ਲੋੜ ਨਹੀਂ। ਇਸ ਨਿੱਕੀ ਜਿਹੀ ਧਰਤੀ ਤੇ ਨਿੱਕਾ ਜਿਹਾ ਬੰਦਾ ਇੰਨੀ ਈਗੋ ਪਾਲ ਕੇ ਬੈਠਾ ਹੋਇਆ ਕਿ ਉਹ ਰੱਬ ਨੂੰ ਭੁੱਲ ਗਿਆ। ਬਸ ਆਹ ਗੱਲ ਗੁਰੂ ਨਾਨਕ ਸਾਹਿਬ ਨੇ ਸਮਝਾਈ, ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ। ਤੂੰ ਜਿਸ ਹੁਕਮ ਦੇ ਵਿੱਚ ਪੈਦਾ ਹੋਇਆ ਤੈਨੂੰ ਤਾਂ ਉਹਦੀ ਸਮਝ ਨਹੀਂ, ਜਿਸ ਤਰ੍ਹਾਂ ਤੂੰ ਬਣਿਆ ਤੂੰ ਤਾਂ ਉਸ ਖੇਡ ਨੂੰ ਨਹੀਂ ਸਮਝ ਸਕਦਾ। ਤੇ ਬੰਦੇ ਤੂੰ ਆਪਣੇ ਆਪ ਨੂੰ ਰੱਬ ਤੋਂ ਵੱਡਾ ਜਾਣਨਾ ਸ਼ੁਰੂ ਕਰ ਦਿੱਤਾ ਵੀ ਮੈਂ ਬੜਾ ਵੱਡਾ, ਮੈਂ ਬਹੁਤ ਮਹਾਨ। ਜਿੱਦਣ ਤੂੰ ਆਪਣੀਆਂ ਅੱਖਾਂ ਖੋਲ ਕੇ ਉਹਨੂੰ ਵੇਖਣਾ ਸ਼ੁਰੂ ਕਰ ਦੇਂਗਾ ਨਾ ਕਿ ਉਹ ਕਿੱਡਾ ਵੱਡਾ, ਉਹ ਕਿੱਡਾ ਮਹਾਨ ਹੈ, ਕਿ ਉਹਦੇ ਦੇਖੋ ਇੱਕ ਗੱਲ ਕਹੀ ਹੈ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ, ਉਹਨਾਂ ਦੀ ਇੱਕ ਕਿਤਾਬ ਹੈ ਜਿਹਦੇ ਵਿੱਚ ਉਹਨਾਂ ਨੇ ਗੁਰੂ ਸਾਹਿਬਾਨਾਂ ਦਾ ਜੀਵਨ ਲਿਖਿਆ। ਸੰਖੇਪ ਸਿੱਖ ਇਤਿਹਾਸ ਦੀ ਗੱਲ ਹੈ, ਸੰਖੇਪ 10 ਗੁਰੂ ਸਾਹਿਬਾਨ ਦਾ ਇਤਿਹਾਸ। ਉਹਦੇ ਵਿੱਚ ਉਹ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਇੱਕ ਪੌੜੀ ਦਾ ਜ਼ਿਕਰ ਕਰਦੇ ਆ। ਭਾਈ ਗੁਰਦਾਸ ਸਾਹਿਬ ਨੇ ਨਾ ਇੱਕ ਪੌੜੀ ਦੇ ਵਿੱਚ ਤਿਲਾਂ ਦੀ ਗੱਲ ਕੀਤੀ। ਤਿਲਾਂ ਨੂੰ ਜਿਨ੍ਹਾਂ ਨੂੰ ਆਪਾਂ ਮਠਿਆਈਆਂ ਦੇ ਵਿੱਚ ਪਾ ਕੇ ਖਾਂਦੇ ਆ, ਭੁੰਨ ਕੇ ਖਾਂਦੇ ਆ, ਇੱਕ ਤਿਲ ਦੀ ਗੱਲ ਕੀਤੀ ਭਾਈ ਸਾਹਿਬ ਨੇ। ਉਸ ਇੱਕ ਤਿਲ ਨੂੰ ਲੈ ਕੇ ਉਹਨਾਂ ਨੇ ਇੰਨੀਆਂ ਐਗਜ਼ੈਂਪਲਾਂ ਦਿੱਤੀਆਂ ਤੇ ਅਖੀਰ ਵਿੱਚ ਜਾ ਕੇ ਉਹਨਾਂ ਨੇ ਇਹ ਗੱਲ ਕਹੀ ਕਿ ਜੇ ਆਪਾਂ ਇੱਕ ਤਿਲ ਦੀ ਗੱਲ ਕਰੀਏ ਨਾ ਤੇ ਬੰਦੇ ਦੀ ਇੰਨੀ ਔਕਾਤ ਨਹੀਂ ਕਿ ਇੱਕ ਤਿਲ ਨੂੰ ਸਮਝ ਸਕੇ। ਫਿਰ ਉਹਨਾਂ ਨੇ ਕਪਾਹ ਦੀ ਗੱਲ ਕੀਤੀ, ਕਹਿੰਦੇ ਕਪਾਹ ਜਿਹੜੀ ਹੈ ਉਹਦਾ ਇੱਕ ਦਾਣਾ ਕਿੰਨੇ ਕੰਮ ਆਉਂਦਾ, ਇਹ ਸਾਡੀ ਸਮਝ ਤੋਂ ਬਾਹਰ ਹੈ। ਜਿਸ ਨਿਰੰਕਾਰ ਨੇ ਤੈਨੂੰ ਪੈਦਾ ਕੀਤਾ ਉਹ ਕਿੰਨਾ ਮਹਾਨ ਹੈ। ਬੰਦਿਆ ਤੂੰ ਤਾਂ ਕਪਾਹ ਦੇ ਇੱਕ ਦਾਣੇ ਨੂੰ ਨਹੀਂ ਸਮਝ ਸਕਦਾ। ਜੇ ਇੱਕ ਕੁਦਰਤ ਦੇ ਨਿੱਕੇ ਜਿਹੇ ਜ਼ਰੇ ਨੂੰ ਲੈ ਕੇ ਬਹਿ ਜੇ, ਗੁਲਾਬ ਦੇ ਫੁੱਲ ਨੂੰ ਚੱਕ ਕੇ ਬਹਿ ਜਾਓ ਤੇ ਤੁਸੀਂ ਉਹਨੂੰ ਨਹੀਂ ਸਮਝ ਸਕਦੇ। ਉਹ 'ਚ ਕਿੰਨੇ ਧਾਤਾਂ, ਕਿੰਨੇ ਤੱਤ, ਕੀ ਕੁਝ ਰੱਬ ਨੇ ਉਹਦੇ ਵਿੱਚ ਪਾਇਆ, ਉਹ ਸਮਝਣ ਲਈ ਤੈਨੂੰ ਪਤਾ ਨਹੀਂ ਕਿਤਨੀ ਜ਼ਿੰਦਗੀ ਲੱਗ ਜਾਣੀ। ਉਹ ਬੰਦੇ, ਉਹ ਮਹਾਨ ਅਕਾਲ ਪੁਰਖ ਵਾਹਿਗੁਰੂ ਜਿਹੜਾ, ਉਹਦੇ ਸਾਹਮਣੇ ਐ ਆਕੜਿਆ ਨਾ ਕਰ, ਈਗੋ ਨਾ ਰੱਖ। ਕਹਿੰਦੇ ਨਿਵਜਾ ਤਾਂ ਤੇਰੇ ਅੰਦਰ ਹਉਮੈ ਖਤਮ ਹੋਣੀ ਜਿੱਦਣ ਤੂੰ ਇਹ ਸਮਝ ਲਏਗਾ ਉਹ ਬਹੁਤ ਵੱਡਾ ਹੈ, ਮੈਂ ਤਾਂ ਇੱਕ ਕੀੜਾ ਜਿਹਾ, ਮੈਂ ਬਹੁਤ ਛੋਟਾ ਹਾਂ।